ਸਤਿ ਸ਼੍ਰੀ ਅਕਾਲ। ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਜਗਜੀਵਨ ਮੀਤ। 47 ਦੀ ਵੰਡ, ਦੋ ਮੁਲਕ ਬਣੇ ਤੇ ਫਿਰ ਇਹ ਮੁਲਕ ਕਦੇ ਵੀ ਇੱਕ ਦੂਜੇ ਦੇ ਨਹੀਂ ਬਣੇ। ਬਹੁਤਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਸ ਦੀ ਵਜ੍ਹਾ ਕੀ ਸੀ, ਕਾਹਦੇ ਲਈ ਇੰਨਾ ਖੂਨ ਖਰਾਬਾ, ਕਾਹਦੇ ਲਈ ਭੰਨ ਤੋੜ, ਅੱਗਾਂ ਸਾੜ ਫੂਕ, ਆਖਰ ਕਾਹਦੇ ਲਈ 75 ਸਾਲ ਬੀਤੇ ਤੇ ਮੁਲਕ ਹਾਲੇ ਵੀ ਘੁੱਗ ਵਸਦੇ ਨੇ। ਲੋਕਾਂ ਦੀਆਂ ਲੋੜਾਂ ਨੇ, ਸਰਕਾਰਾਂ ਦੀਆਂ ਪਾਲਿਸੀਆਂ ਨੇ ਤੇ ਸਰਕਾਰਾਂ ਦੇ ਆਪਣੇ ਤੌਖਲੇ ਵੀ ਨੇ, ਤੌਰ ਤਰੀਕੇ ਵੀ ਨੇ ਇੱਕ ਦੂਜੇ ਦੇ ਨਾਲ ਕਿੱਦਾਂ ਮਿਲਵਰਤਨ ਰੱਖਣਾ ਹੈ। ਪਰ ਉਸੇ ਤੌਰ ਦੇ ਕਿ ਜੇ ਮੈਂ ਗੱਲ ਕਰਾਂ, ਜਿਹੜਾ 7.5 ਦਹਾਕਿਆਂ ਦੇ ਬਾਅਦ ਵੀ ਲੋਕਾਂ ਦੇ ਮਨਾਂ 'ਚ ਉੱਦਾਂ ਹੀ ਬਣਿਆ ਹੋਇਆ ਹੈ। ਮੇਰੇ ਕਹਿਣ ਦਾ ਮਤਲਬ ਕਿ ਉਹ ਸੁਖਾਵਾਂ ਮਾਹੌਲ ਬਣਿਆ ਨਹੀਂ, ਹਜੇ ਪੈਦਾ ਹੀ ਨਹੀਂ ਹੋ ਸਕਿਆ, ਜਿਹਦੇ ਨਾਲ ਅਸੀਂ, ਜੇ ਮੈਂ ਕਹਾਂ ਨਾ ਕਿ ਅਸੀਂ ਪਿੰਡਾਂ ਦੇ ਵਿੱਚ ਗੱਲ ਕਰਦੇ ਆਮ ਹੀ ਕਿ ਅਸੀਂ ਗੁਆਂਢੀਆਂ ਦੇ ਕੋਲੋਂ ਖੰਡ ਦੀ ਕੌਲੀ, ਚਾਹ ਪੱਤੀ ਜਾਂ ਦਾਲ ਸਬਜ਼ੀ ਆਮ ਅਸੀਂ ਮੰਗ ਲੈਂਦੇ ਸੀ, ਉਹ ਸਾਡਾ ਰਾਬਤਾ ਗੁਆਂਢੀ ਮੁਲਕ, ਜੇ ਮੈਂ ਪਾਕਿਸਤਾਨ ਦੀ ਗੱਲ ਕਰਾਂ, ਹਾਲੇ ਉਹ ਪੈਦਾ ਨਹੀਂ ਹੋ ਸਕਿਆ। ਤੇ ਮੈਂ ਗੱਲ ਕਰ ਰਿਹਾ ਕਿ ਭਾਰਤ ਜੇ ਪਾਕਿਸਤਾਨ ਦੇ ਵਪਾਰ ਦੀ ਜੇ ਮੈਂ ਨਾਲ ਗੱਲ ਕਰਾਂ ਤੇ ਜਿਹੜਾ ਬੰਦ ਪਿਆ ਹਾਲੇ ਸਰਹੱਦਾਂ ਕਰਕੇ, ਬਹੁਤ ਸਾਰੇ ਸਵਾਲ ਵੀ ਖੜੇ ਕਰਦਾ ਕਿ ਉਹਦੇ ਪਿੱਛੇ ਕਿਹੜੇ ਕਾਰਨ ਨੇ। ਤੇ ਇਹਨਾਂ ਸਾਰੇ ਹੀ ਸਵਾਲਾਂ ਦੀ ਮੈਂ ਜਵਾਬ ਲੱਭਣ ਲਈ ਅੱਜ ਦੀ ਇੱਕ ਖਾਸ ਰਿਪੋਰਟ ਕਰ ਰਿਹਾ। ਇਹਦੇ ਲਈ ਮੈਂ ਕੁਝ ਆਪਣੇ ਮੇਰੇ ਸਹਿਯੋਗੀ ਨੇ, ਕੁਝ ਖਾਸ ਜ਼ਿਲ੍ਹੇ ਨੇ, ਸਰਹੱਦੀ ਜ਼ਿਲ੍ਹੇ ਨੇ, ਜਿਨ੍ਹਾਂ ਦੇ ਵਿੱਚੋਂ ਜਿਹੜੇ ਹੈਗੇ ਨੇ ਉਹਨਾਂ ਨੇ ਕੁਝ ਗੱਲਾਂ ਬਾਤਾਂ ਕੀਤੀਆਂ ਨੇ, ਕੁਝ ਸਿਆਸੀ ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਕੁਝ ਲੋਕਾਂ ਦੀ ਰਾਏ ਸ਼ੁਮਾਰੀ ਲਈ ਹੈਗੀ ਹੈ, ਜਿਨ੍ਹਾਂ ਦੇ ਵਿੱਚ ਬਹੁਤ ਜਿਹੜੇ ਹੈਗੇ ਨੇ ਮੇਰੇ ਸਵਾਲ ਹੱਲ ਹੁੰਦੇ ਨਜ਼ਰ ਆਏ ਨੇ। ਤੇ ਇੱਕ ਵਾਰੀ ਕਹਿ ਸਕਦਾ ਕਿ ਇਹ ਬਹੁਤ ਸਾਰੇ ਇਹੋ ਜਿਹੇ ਮਸਲੇ ਹੈ ਜਿਹੜੇ ਲੋਕਾਂ ਦੇ ਨਾਲ ਵਿਚਾਰਨੇ ਬਹੁਤ ਜ਼ਰੂਰੀ ਹੈ, ਕਿਉਂਕਿ ਭਾਰਤ ਪਾਕਿਸਤਾਨ ਦੇ ਵਿੱਚ ਆਮ ਹੀ ਤਲਖੀਆਂ ਰਹਿੰਦੀਆਂ ਨੇ। ਪਰ ਗੱਲ ਕਰਾਂਗੇ ਉਹਨਾਂ ਲੋਕਾਂ ਨੇ ਕੀ ਕਹਿਣਾ ਹੈ। ਆਓ ਪਹਿਲਾਂ ਅਸੀਂ ਇੱਥੇ ਸੁਣਦੇ ਹਾਂ ਕਿ ਫਿਰੋਜ਼ਪੁਰ ਦੀ ਇੱਕ ਖਾਸ ਜਿਹੜੀ ਕਹਿ ਸਕਦੇ ਹਾਂ ਕਿ ਇੱਕ ਟੈਰੀਟਰੀ ਹੈਗੀ ਹੈ, ਇੱਕ ਕਹਿ ਸਕਦੇ ਹਾਂ ਕਿ ਇੱਕ ਹਿੱਸਾ ਹੈ ਫਿਰੋਜ਼ਪੁਰ ਦਾ ਜੋ ਬਾਰਡਰ ਦੇ ਨਾਲ ਕ੍ਰੋਸ ਕਰਦਾ ਹੈਗਾ। ਉੱਥੇ ਦੇ ਲੋਕਾਂ ਦਾ ਜਿਹੜਾ ਪਾਕਿਸਤਾਨ ਦੇ ਨਾਲ ਭਾਰਤ ਦਾ ਵਪਾਰ ਹੈਗਾ, ਉਹਨੂੰ ਲੈ ਕੇ ਕੀ ਕਹਿਣਾ ਹੈ, ਉਹ ਪਹਿਲਾਂ ਸੁਣ ਲੈਂਦੇ ਹਾਂ। ਭਾਜੀ ਗੱਲਬਾਤ ਕਰਨ ਜਾ ਰਹੇ ਹਾਂ ਹੁਸੈਨੀਵਾਲਾ ਬਾਰਡਰ ਨੂੰ ਲੈ ਕੇ। ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਹੁਸੈਨੀਵਾਲਾ ਬਾਰਡਰ ਜਿਹੜਾ ਖੋਲ੍ਹਿਆ ਜਾਵੇ, ਕਿ ਇੱਕ ਜਿਹੜਾ ਰੋਜ਼ਗਾਰ ਜਿਹੜਾ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ, ਉੱਥੇ ਹੀ ਇੱਕ ਪਛੜਿਆ ਸ਼ਬਦ ਜਿਹੜਾ ਫਿਰੋਜ਼ਪੁਰ ਦੇ ਨਾਲ ਜੁੜਿਆ ਹੋਇਆ, ਸਰਹੱਦੀ ਏਰੀਆ ਕਰਕੇ ਇੱਕ ਪਛੜਿਆ ਸ਼ਬਦ ਜੁੜਿਆ ਹੈ ਕਿ ਫਿਰੋਜ਼ਪੁਰ ਇੱਕ ਪਛੜਿਆ ਏਰੀਆ। ਕਿਸ ਤਰ੍ਹਾਂ ਦਾ ਜਿਹੜਾ ਕਾਰੋਬਾਰ ਆ ਉਹ ਪਹਿਲਾਂ ਚੱਲਦਾ ਸੀਗਾ? ਬਿਲਕੁਲ ਜੀ, ਤੁਹਾਡੀ ਆਪਾਂ ਗੱਲ ਨਾਲ ਬਿਲਕੁਲ ਸਹਿਮਤ ਹਾਂ। ਬਾਰਡਰ ਖੋਲ੍ਹਿਆ ਜਾਵੇ, ਫਿਰੋਜ਼ਪੁਰ ਦਾ ਜਿਹੜਾ ਵਪਾਰ ਆ ਬਿਲਕੁਲ ਖਤਮ ਹੋਇਆ ਪਿਆ। ਜੇ ਲੋਕ ਇਹਨਾਂ 'ਤੇ ਇਨਵੈਸਟਮੈਂਟ ਕਰਨਾ ਹੀ ਨਹੀਂ ਚਾਹੁੰਦੇ, ਲੋਕ ਜਿਹੜੇ ਥੋੜ੍ਹੇ ਬਾਹਰ ਭੱਜਦੇ ਫਿਰਦੇ ਆ। ਜੇ ਆਪਣਾ ਹਿੰਦੁਸਤਾਨ ਅਤੇ ਪਾਕਿਸਤਾਨ ਦਾ ਬਾਰਡਰ ਖੁੱਲ੍ਹ ਜੇ ਅਤੇ ਵਪਾਰ ਬਹੁਤ ਚੱਲੇਗਾ। ਜਿਵੇਂ ਦੱਸਦੇ ਨੇ ਪੁਰਾਣੇ ਬਜ਼ੁਰਗ ਵੀ ਅੱਗੇ ਇੱਥੋਂ ਕੱਪੜਾ ਜਾਂਦਾ ਸੀ, ਇੱਥੇ ਜਿਵੇਂ ਆਪਾਂ ਕਹਿੰਦੇ ਦੁਕਾਨਾਂ ਹੁੰਦੀਆਂ ਸੀ ਡੀਲਰਾਂ ਦੀਆਂ, ਵੀ ਇੱਥੋਂ ਬਹੁਤ ਕੁਛ ਹੁੰਦਾ, ਇੱਥੋਂ ਪਾਨ ਦਾ ਪੱਤਾ ਜਾਂਦਾ ਸੀ, ਵੀ ਵਪਾਰ ਬਹੁਤ ਚੱਲਦਾ ਸੀ। ਵਪਾਰ ਇੰਨਾ ਕੁ ਸੀ ਵੀ ਦੁਨੀਆ ਕਹਿੰਦੀ ਸੀ ਵਾਕਈ ਵੀ ਫਿਰੋਜ਼ਪੁਰ ਦਾ ਜਿਹੜਾ ਵਪਾਰ ਬਹੁਤ ਵਧੀਆ ਚੱਲਦਾ। ਹੁਣ ਇੱਕ ਤਾਂ ਚਲੋ ਫਿਰੋਜ਼ਪੁਰ ਨੂੰ ਫਾਇਦਾ ਮਿਲੇਗਾ, ਇੱਕ ਪੰਜਾਬ ਨੂੰ ਵੀ ਫਾਇਦਾ ਮਿਲੇਗਾ, ਅਤੇ ਇੱਕ ਆਪਣੇ ਨੌਜਵਾਨ ਜਿਹੜੇ ਬੇਰੁਜ਼ਗਾਰ ਲੱਗੇ ਫਿਰਦੇ, ਜਿਹੜੇ ਬਾਹਰ ਜਾਣ ਦੀਆਂ ਤਿਆਰੀਆਂ ਕਰਦੇ ਨੇ, ਉਹ ਵੀ ਇੱਥੇ ਰਹਿਣਗੇ। ਇੱਕ ਜਿਹੜੀ ਪ੍ਰੋਪਰਟੀ ਦਾ ਰੇਟ ਇਸ ਟਾਈਮ ਖਤਮ ਹੋਇਆ ਪਿਆ, ਪ੍ਰੋਪਰਟੀ ਥੋੜ੍ਹਾ ਰੇਟ ਉਛਲੇਗਾ, ਕੋਈ ਲੋਕ ਇੱਥੇ ਪੈਸਾ ਲਾਉਣਗੇ, ਫਿਰੋਜ਼ਪੁਰ 'ਚ ਕੋਈ ਫੈਕਟਰੀਆਂ ਆਉਣਗੀਆਂ, ਬਲਕਿ ਵਪਾਰ ਤਾਂ ਬਹੁਤ ਚੱਲੇਗਾ। ਜਿਵੇਂ ਤੁਸੀਂ ਸਮਝ ਸਕਦੇ ਹੋ ਵੀ ਇੱਕ ਸੋਨੇ ਦੀ ਚਿੜੀਆ ਫਿਰ ਆਪਣਾ ਸਾਡਾ ਫਿਰੋਜ਼ਪੁਰ ਤਾਂ ਬਣ ਜਾਏਗਾ, ਵੀ ਕਾਫੀ ਵਪਾਰ ਚੱਲ ਸਕਦਾ। ਜੇ ਸਰਕਾਰ ਇਸ ਪਾਸੇ ਧਿਆਨ ਦੇਵੇ ਵੀ ਇਹ ਖੋਲ੍ਹਿਆ ਜਾਵੇ ਤਾਂ ਬਹੁਤ ਵਧੀਆ ਹੋ ਜਾਏਗਾ। ਅਗਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਕੀ ਕੁਝ ਉੱਧਰ ਭੇਜਿਆ ਜਾਂਦਾ ਸੀਗਾ? ਪੰਜਾਬ 'ਚੋਂ ਇੱਥੋਂ ਜਾਂਦਾ ਸੀ ਆਪਣਾ ਪਾਨ ਦਾ ਪੱਤਾ ਜਾਂਦਾ ਸੀ, ਇੱਥੋਂ ਕੱਪੜੇ ਜਾਂਦੇ ਸੀ, ਜੋ ਪੁਰਾਣੇ ਬਜ਼ੁਰਗ ਦੱਸਦੇ ਆ। ਹੁਣ ਤਾਂ ਦੇਖੋ ਜੀ ਇਤਿਹਾਸਿਕ ਰਹਿ ਗਿਆ ਕੰਮ। ਹੁਣ ਤੁਸੀਂ ਦੇਖੋ ਇੱਥੇ ਗੇਟ ਬਣਿਆ, ਅੱਗੇ ਜਿਵੇਂ ਕਹਿੰਦੇ ਸੀ ਲਾਹੌਰੀ ਗੇਟ ਹੈ ਜੀ, ਲਾਹੌਰ ਤੋਂ ਜਾਂਦਾ ਸੀ, ਲਾਹੌਰ ਪਿਸ਼ੌਰ ਸਭ ਕੁਛ ਹੁੰਦਾ ਸੀ, ਮਤਲਬ ਕਿ ਬਹੁਤ ਕੁਛ ਹੁੰਦਾ ਸੀ। ਲੋਕ ਉੱਥੇ ਜਾਂਦੇ ਸੀ, ਉੱਥੇ ਜੁੱਤੀਆਂ ਲੈ ਕੇ ਆਉਂਦੇ ਸੀ, ਉੱਥੇ ਜੁੱਤੀ ਬੜੀ ਮਸ਼ਹੂਰ ਹੈ। ਇੱਥੋਂ ਜਿਵੇਂ ਕੱਪੜਾ ਜਾਂਦਾ ਸੀ, ਪਾਨ ਦਾ ਪੱਤਾ ਜਾਂਦਾ ਸੀ, ਉੱਥੋਂ ਚੀਨੀ ਆਉਂਦੀ ਜਾਂਦੀ ਸੀ, ਮਤਲਬ ਕਿ ਵਪਾਰ ਤਾਂ ਬਹੁਤ ਸੀਗਾ। ਉੱਥੋਂ ਜਿਵੇਂ ਡਰਾਈ ਫਰੂਟ ਆਉਣਾ, ਅੰਗੂਰ ਆਉਣੇ, ਉੱਥੋਂ ਮੇਵਾ, ਬਹੁਤ ਕੁਛ ਆਉਂਦਾ ਸੀ ਜੀ। ਪੁਰਾਣੇ ਬਜ਼ੁਰਗ ਦੱਸਦੇ ਆ ਬਹੁਤ ਕੰਮ ਹੁੰਦਾ ਸੀ, ਬਹੁਤ ਵਪਾਰ ਚੱਲਦਾ ਸੀ। ਅੱਜ ਤਰੀਕ 'ਚ ਦੇਖੋ ਜੀ ਸਾਰੇ ਵਪਾਰੀ ਵਿਹਲੇ ਬੈਠੇ ਆ, ਬਾਜ਼ਾਰ ਖਾਲੀ ਪਏ ਆ। ਬਸ ਹਾਂ ਬਾਰਡਰ ਖੁੱਲ੍ਹੇ, ਪਰ ਇਹਦੇ ਨਾਲ ਇਹ ਨੱਥ ਪਾਈ ਜਾਵੇ ਉੱਧਰੋਂ, ਮਤਲਬ ਕਿ ਸਮਾਨ ਨਾ ਆਵੇ। ਜਿਵੇਂ ਚਿੱਟੇ ਦਾ ਕੋਈ ਬਹੁਤ ਫੜਿੰਦਾ ਬਾਰਡਰ ਤੋਂ ਆਉਂਦਾ, ਵੀ ਚਿੱਟਾ ਨਾ ਆਵੇ, ਵਪਾਰ ਖੁੱਲ੍ਹੇ, ਵਪਾਰੀ ਖੁਸ਼ ਹੋਣ, ਅਤੇ ਸਾਰਾ ਮਤਲਬ ਕਿ ਹਿੰਦੁਸਤਾਨ ਪਾਕਿਸਤਾਨ ਦੇ ਵਿੱਚ ਮੇਲ ਜੋਲ ਬਹੁਤ ਵਧੀਆ ਹੋਵੇ, ਜਿਹਦੇ ਨਾਲ ਵਪਾਰੀ ਸਾਰਾ ਕੁਝ ਵਪਾਰ ਵੀ ਚੱਲੇ ਅਤੇ ਇੱਥੇ ਫੈਕਟਰੀਆਂ ਵੀ ਲੱਗਣ ਅਤੇ ਫਿਰੋਜ਼ਪੁਰ ਖੁਸ਼ਹਾਲ ਹੋਵੇ। ਵੱਡਾ ਫਾਇਦਾ ਕੀ ਹੋਵੇਗਾ ਫਿਰੋਜ਼ਪੁਰ ਨੂੰ ਅਗਰ ਬਾਰਡਰ ਖੁੱਲ੍ਹਦਾ ਤਾਂ? ਵੱਡਾ ਫਾਇਦਾ ਹੋਵੇਗਾ ਜੀ, ਜਿਵੇਂ ਵਪਾਰ ਚੱਲੇਗਾ, ਜਿਵੇਂ ਆਪਣੇ ਪ੍ਰੋਪਰਟੀਆਂ ਰੇਟ ਨਹੀਂ ਇੱਥੇ ਰਹਿ ਗਏ, ਜਿਵੇਂ ਹਾਂਜੀ ਨੌਜਵਾਨਾਂ ਨੂੰ ਕੰਮ ਮਿਲੇਗਾ। ਬਿਲਕੁਲ ਭਾਈ ਦੀ ਗੱਲ ਸਹੀ, ਨੌਜਵਾਨਾਂ ਨੂੰ ਕੰਮ ਮਿਲੇਗਾ। ਜਿਹੜੇ ਨੌਜਵਾਨ ਵਿਹਲੇ ਲੱਗੇ ਫਿਰਦੇ ਆ, ਨਸ਼ਿਆਂ ਦੀ ਦਲਦਲ 'ਚ ਫਸੇ ਪਏ ਆ, ਜਿਹੜੇ ਇੱਥੋਂ ਬਾਹਰ ਜਾਣ ਨੂੰ ਮਜਬੂਰ ਹੋਏ ਪਏ ਨੇ। ਹੁਣ ਦੇਖੋ ਜੀ ਇੱਥੇ ਬਾਹਰੋਂ ਇੱਥੇ ਭਈਆ ਆ ਕੇ ਛਾਇਆ ਫਿਰਦਾ, ਆਪਣੇ ਪੰਜਾਬੀ ਕੰਮ ਨਹੀਂ ਹੈਗਾ,
ਮਗਰ ਤੁਸੀਂ ਦੇਖੋ ਮੁਸਲਮਾਨ ਕਿੰਨਾ ਆ ਗਿਆ, ਭਈਆ ਕਿੰਨਾ ਆ ਗਿਆ। ਆਪਣੇ ਫਿਰੋਜ਼ਪੁਰ ਨੂੰ ਸਾਰਾ ਕੁਝ ਕੰਮ ਤਾਂ ਉਹ ਖੋ ਕੇ ਲੈ ਗਏ ਨੇ। ਇਸ ਕਰਕੇ ਕੰਮ ਖੁੱਲ੍ਹੇਗਾ, ਸਾਰਿਆਂ ਨੂੰ ਉਹ ਕੰਮ ਮਿਲੇਗਾ, ਵਪਾਰ ਕਾਫੀ ਚੱਲੇਗਾ। ਇੱਕ ਫਿਰੋਜ਼ਪੁਰ ਦੇ ਨਾਮ ਨਾਲ ਇੱਕ ਸ਼ਬਦ ਜੁੜਿਆ ਹੋਇਆ ਪਛੜਿਆ, ਉਸ ਨੂੰ ਕਿਵੇਂ ਦੇਖਦੇ ਆ? ਪਛੜਿਆ ਸ਼ਬਦ ਤੁਹਾਡੀ ਗੱਲ ਮੰਨਦੇ ਆ, ਪਛੜਿਆ ਸ਼ਬਦ ਜੁੜਿਆ ਬਾਰਡਰ ਬੰਦ ਹੋਣ ਕਾਰਨ। ਹੁਣ ਬਾਰਡਰ ਖੁੱਲ ਜਾਏਗਾ ਤੇ ਪਛੜਿਆ ਸ਼ਬਦ ਵੀ ਹਟ ਜਾਏਗਾ। ਪਛੜਿਆ ਸ਼ਬਦ ਵੇਖੋ ਜਿੱਥੇ ਕੰਮ ਚੱਲਦਾ ਰਵੇ, ਹੁਣ ਕੋਈ ਵੀ ਹੈ ਜਿਹੜੇ ਘਰ 'ਚ ਵਸਦੇ ਰਹੀਏ, ਉਹ ਤਾਂ ਘਰ 'ਚ ਰਹੇਗੀ ਹਰਿਆਲੀ। ਘਰ ਬੰਦ ਕਰਦੀ ਹੈ ਨਾ, ਤੇ ਘਰ ਬੰਦ ਕਰਦੀ ਤੇ ਉੱਥੇ ਵੀ ਘਾਹ ਪਏਗਾ, ਮਿੱਟੀ ਘਟਾ ਜੰਮ ਪਏਗਾ, ਉਹ ਵੀ ਪਛੜ ਜਾਏਗਾ। ਉਹ ਕਹੇਗਾ ਉਜੜਿਆ ਹੈ ਘਰ। ਇਸ ਕਰਕੇ ਸਾਡਾ ਫਿਰੋਜ਼ਪੁਰ ਉਜੜਿਆ ਤਾਂ ਹੋਇਆ ਹੈ ਵੀ ਸਾਡੇ ਸੰਭਾਲ ਨਹੀਂ ਹੈਗੀ। ਸਾਡੇ ਸੰਭਾਲ ਹੈ ਜਿਹੜਾ ਉੱਪਰ ਬੈਠੀਆਂ ਵੱਡੀਆਂ ਸਰਕਾਰਾਂ, ਉਹ ਇਹਨਾਂ ਨੂੰ ਕੁਝ ਦਿੰਦੀਆਂ ਨਹੀਂ। ਹੁਣ ਇੱਥੇ ਕਹਿਣਾ ਚੱਲ ਸਾਡੇ ਮੋਦੀ ਸਾਹਿਬ ਆਏ ਨੇ, ਬਹੁਤ ਕੁਝ ਇੱਥੇ ਦੇ ਸਕਦੇ ਸੀਗੇ, ਬਾਰਡਰ ਤੇ ਇੰਨੇ ਕੁਝ ਆਏ, ਕੀ ਫਿਰੋਜ਼ਪੁਰ ਨੂੰ ਦੇਗੇ ਜੀ? ਕੋਈ ਵੀ ਵਪਾਰੀ ਇਹੀ ਚਾਹੁੰਦਾ ਹੈ ਵੀ ਫਿਰੋਜ਼ਪੁਰ ਦੀ ਤਰੱਕੀ ਹੋਵੇ। ਤੁਸੀਂ ਚਿੱਟੇ ਦੀ ਗੱਲ ਕਰੇ, ਸਰਕਾਰਾਂ ਵੀ ਇਹੀ ਗੱਲ ਕਹਿ ਰਹੀਆਂ ਕਿ ਬਾਰਡਰ ਤਾਂ ਹੀ ਨਹੀਂ ਖੋਲ੍ਹੇ ਜਾ ਰਹੇ ਕਿ ਪੰਜਾਬ ਵਿੱਚ ਨਸ਼ਾ ਜਿਹੜਾ ਉਹ ਵੱਧ ਰਿਹਾ ਲਗਾਤਾਰ। ਨਸ਼ੇ ਦੀ ਰੋਕਥਾਮ ਦਾ ਹੱਲ ਹੀ ਇਹ ਆ ਬਾਰਡਰ ਬੰਦ ਕਰਨਾ। ਨਹੀਂ ਜੀ, ਇਹ ਗੱਲ ਨਹੀਂ ਹੈਗੀ ਆ। ਜੇ ਸਰਕਾਰ ਚਾਹਵੇ ਤਾਂ ਸਰਕਾਰ ਨੂੰ ਕੀ ਨਹੀਂ ਦਿਖਦਾ, ਕੀੜੀ ਚੱਲਦੀ ਵੀ ਦਿਖਦੀ ਹੈ ਸਰਕਾਰਾਂ ਨੂੰ। ਜੇ ਸਰਕਾਰਾਂ ਆਪਦੀ ਆਈ ਤੇ ਆ ਜਾਂਦਾ, ਸਭ ਕੁਝ ਹੋ ਜਾਂਦਾ। ਹੁਣ ਵੀ ਬੰਦਾ ਫੜਿਆ ਹੀ ਹੈ ਇੱਕ ਇਹਨਾਂ ਨੇ ਸੈਂਟਰ ਜੇਲ੍ਹ 'ਚੋਂ, ਜਿਹੜਾ ਆਪਣਾ ਇੰਸਪੈਕਟਰ ਸੀ ਕਿ ਕਿਹੜਾ ਸੀ, ਸੁਬੀਡਨ। ਹੁਣ ਦੇਖੋ, ਹੁਣ ਉਹ ਆਪ ਹੀ ਜਦ ਚੋਰਾਂ ਕਹਿੰਦੇ ਨੇ ਕੁੱਤੀ ਚੋਰਾਂ ਨਾਲ ਰਲ ਗਈ ਤਾਂ ਉੱਥੇ ਕੀ ਕਰੇਗਾ ਜੀ? ਇੱਕ ਬੰਦਾ ਗਲਤ ਹੋਣ ਨਾਲ ਸਾਰਾ ਫਿਰੋਜ਼ਪੁਰ ਥੋੜੀ ਗਲਤ ਹੋ ਜਾਏਗਾ। ਇਸ ਕਰਕੇ ਵੀ ਹਿੰਦੁਸਤਾਨ ਪਾਕਿਸਤਾਨ ਗਲਤ ਨਹੀਂ ਹੈ, ਜਿਹੜੇ ਵਿੱਚ ਉਹਨਾਂ ਨੂੰ ਸਾਂਭਣ ਵਾਲੇ ਜਿਨ੍ਹਾਂ ਹੱਥ ਡੋਰ ਦਿੱਤੀ ਉਹ ਬੰਦੇ ਗਲਤ ਨੇ। ਉਹ ਜਿਹੜੇ ਅੱਗੋਂ ਸਰਹੰਦ ਤੇ ਭਾਏ ਨੇ ਸਾਡੇ ਨੌਜਵਾਨ ਨੇ, ਸਾਰੇ ਗਲਤ ਨਹੀਂ ਕਹਿੰਦਾ, ਕੋਈ ਦੁੱਕੀ ਤਿੱਕੀ ਵਿੱਚੋਂ ਗਲਤ ਹੈ ਜਿੰਦੇ ਕਰਕੇ ਕੰਮ ਗਲਤ ਹੋ ਰਿਹਾ। ਤਾਂ ਹੁਣ ਕੀ ਮੰਗ ਕਰਦੇ ਹੋ ਸਰਕਾਰਾਂ ਅਸੀਂ ਇਹ ਮੰਗ ਕਰਦੇ ਹਾਂ ਵੀ ਬਾਰਡਰ ਖੁੱਲ੍ਹਣਾ ਚਾਹੀਦਾ। ਪਾਕਿਸਤਾਨ ਤੇ ਹਿੰਦੁਸਤਾਨ ਦੇ ਜਿਹੜੇ ਪਿਆਰ, ਜਿਹੜਾ ਇਹਨਾਂ ਦਾ ਆਪਸ 'ਚ ਭਾਈਚਾਰਾ ਪੂਰਾ ਬਣਿਆ ਰਹਿਣਾ ਚਾਹੀਦਾ। ਵੀ ਲੋਕ ਵੀ ਖੁਸ਼ ਹੋਣਗੇ, ਵਪਾਰ ਵੀ ਚੱਲੇਗਾ, ਹਰੇਕ ਚੀਜ਼ ਦੇ ਰੇਟ ਵਧਣਗੇ। ਵੀ ਜਿਹੜਾ ਇਸ ਟਾਈਮ ਪ੍ਰੋਪਰਟੀ ਦਾ ਰੇਟ ਫਿਰੋਜ਼ਪੁਰ ਵਿੱਚ ਜ਼ੀਰੋ ਹੋਇਆ ਪਿਆ, ਖਤਮ ਹੋਇਆ ਪਿਆ ਕੰਮ, ਵਪਾਰ ਬਿਲਕੁਲ ਖਤਮ ਹੈ, ਕਿਸੇ ਤਰ੍ਹਾਂ ਦਾ ਕੋਈ ਵਪਾਰ ਨਹੀਂ ਹੈ। ਜ਼ਿਮੀਂਦਾਰ ਦੇਖ ਲਓ ਤੁਸੀਂ, ਉਹ ਵਿਚਾਰਾ ਸੁਸਾਈਡ ਕਰੀ ਜਾਂਦਾ। ਉੱਧਰੋਂ ਵਪਾਰੀ ਹੈ, ਉਹਨਾਂ ਨੂੰ ਕੰਮ ਨਹੀਂ ਮਿਲਦਾ, ਉਹਨਾਂ ਦੇ ਬੱਚੇ ਵੈਸੇ ਵਿਹਲੇ ਨੇ, ਉਹ ਕਹਿੰਦੇ ਪਾਪਾ ਬਾਹਰ ਭੇਜੋ, ਉਹ ਕਰੋ। ਇਸ ਕਰਕੇ ਇਹ ਜਿਹੜੀ ਬਾਹਰ ਦੀ ਦੌੜ ਹੈ ਇਹ ਘੱਟ ਹੋ ਜਾਏਗੀ ਤੇ ਵਪਾਰ ਚੱਲਣਾ ਸ਼ੁਰੂ ਹੋ ਜਾਏਗਾ। ਦੇਖੋ ਜੀ, ਵਪਾਰ ਤਾਂ ਪਹਿਲਾਂ ਬਹੁਤ ਸੀਗਾ ਜੀ, ਐਵੇਂ ਨਹੀਂ ਮਤਲਬ ਸਾਰੇ ਫਿਰੋਜ਼ਪੁਰ 'ਚ ਗੇਟ ਬਣੇ ਹੋਏ, ਕੋਈ ਹੀਰਾ ਮੰਡੀ ਬਣੀ, ਨੈਚੁਰਲੀ ਗੱਲ ਹੈ ਜੀ, ਕੋਈ ਹੀਰਿਆਂ ਦਾ ਵਪਾਰ ਹੁੰਦਾ ਹੋਏਗਾ, ਕੋਈ ਹੀਰਾ ਮੰਡੀ ਬਣੀ ਹੈ। ਐਵੇਂ ਦਾ ਕੋਈ ਵਪਾਰ ਮਤਲਬ ਐਵੇਂ ਕੋਈ ਗੇਟ ਨਹੀਂ ਬਣਦੇ ਹੈਗੇ। ਮੁਲਤਾਨੀ ਗੇਟ ਬਣਿਆ, ਮੁਲਤਾਨ ਦਾ ਕੋਈ ਇੱਧਰੋਂ ਜਾਂਦਾ ਹੋਏਗਾ, ਕੁਛ ਆਉਂਦਾ ਹੋਏਗਾ। ਸਮਾਨ ਤਾਂ ਬਹੁਤ ਆਉਂਦਾ ਜਾਂਦਾ ਸੀਗਾ ਜੀ, ਇੰਪੋਰਟ ਐਕਸਪੋਰਟ ਬਹੁਤ ਹੁੰਦਾ ਸੀਗਾ। ਬਟ ਮਤਲਬ ਹੁਣ ਕੋਈ ਨਸ਼ਾ ਵਧਣ ਕਾਰਨ ਇਹ ਮਤਲਬ ਵਪਾਰ ਸਰਕਾਰਾਂ ਨੇ ਬੰਦ ਕੀਤੇ ਆ, ਬਾਰਡਰ ਬੰਦ ਕੀਤੇ ਆ। ਇਹ ਉਹਨਾਂ ਨੂੰ ਸਰਕਾਰਾਂ ਨੂੰ ਜ਼ਿਆਦਾ ਇਸ ਗੱਲ ਦਾ ਪਤਾ ਵਾ। ਅਸੀਂ ਤਾਂ ਚਾਹੁੰਦੇ ਆ ਜੀ ਸਾਡਾ ਜਿਹੜਾ ਫਿਰੋਜ਼ਪੁਰ ਹੈ ਤਰੱਕੀ ਕਰੇ। ਮੈਂ ਫਿਰੋਜ਼ਪੁਰ ਦਾ ਵਾਸੀ ਆ, ਮੇਰਾ ਜਨਮ ਇੱਥੇ ਹੋਇਆ ਵਾ। ਅੱਜ ਮੈਂ 45 ਸਾਲਾਂ ਦਾ ਹੋ ਗਿਆ, ਮੈਂ ਫਿਰੋਜ਼ਪੁਰ 'ਚ ਹੀ ਰਹਿਣਾ ਪਿਆ ਵਾਂ ਜੀ। ਹੁਣ ਸਾਡੇ ਬੱਚੇ ਤਾਂ ਬਾਹਰ ਜਾਣ ਨੂੰ ਕਾਹਲੇ ਪੈਂਦੇ, ਇੱਥੇ ਕੰਮ ਹੀ ਨਹੀਂ ਹੈਗਾ ਜੀ। ਇੱਥੇ ਫੈਕਟਰੀਆਂ ਖੁੱਲ੍ਹਣ, ਠੀਕ ਹੈ ਨਾ ਜੀ, ਇੱਥੇ ਫੈਕਟਰੀਆਂ ਖੁੱਲ੍ਹਣ ਤੇ ਆਪੇ ਬੱਚੇ ਬਾਹਰ ਨਾ ਜਾਣ। ਹੁਣ ਆਮ ਲੇਬਰ ਵੀ ਇੱਥੇ ਵਿਹਲੀ ਲੱਗੀ ਫਿਰਦੀ ਹੈ। ਕਿਉਂ ਵਿਹਲੀ ਲੱਗੀ ਫਿਰਦੀ ਹੈ? ਕਿਉਂਕਿ ਕੋਈ ਫੈਕਟਰੀ ਨਹੀਂ, ਕੋਈ ਕੁਛ ਨਹੀਂ ਗਾ। ਇਸ ਵਾਸਤੇ ਮਤਲਬ ਕੋਈ ਸ਼ਹਿਰ ਛੋਟਾ ਵਾ, ਬਟ ਜੇ ਬਾਰਡਰ ਖੋਲ੍ਹ ਦੇਣ ਤੇ ਇਹਦੇ ਨਾਲ ਤਰੱਕੀ ਤਾਂ ਬਹੁਤ ਹੋਏਗੀ ਜੀ ਫਿਰੋਜ਼ਪੁਰ ਦੀ। ਫਿਰੋਜ਼ਪੁਰ ਮਤਲਬ ਬਹੁਤ ਤਰੱਕੀ ਤੇ ਰਾਹ ਤੇ ਚਲੇ ਜਾਏਗਾ। ਨਾਲੇ ਪਿਛੜਿਆ ਸ਼ਬਦ ਜਿਹੜਾ ਤੁਸੀਂ ਕਹਿੰਦੇ ਪਏ ਜੇ ਉਹ ਸਾਡੇ ਫਿਰੋਜ਼ਪੁਰ ਤੋਂ ਹਟ ਜਾਏਗਾ ਜੀ। ਤੇ ਹੁਣ ਕੀ ਮੰਗ ਕਰਦੇ ਹੋ ਸਰਕਾਰ ਕੋਲ ਤਾਂ ਇਹੀ ਮੰਗ ਹੈ ਜੀ, ਆਪਦੇ ਰੂਲਸ ਐਂਡ ਰੈਗੂਲੇਸ਼ਨ ਨਾਲ ਜਿਵੇਂ ਵੀ ਇਹਨੂੰ ਖੋਲ੍ਹਣ, ਕੋਈ ਜੋ ਇਹਨਾਂ ਦੀ ਸਿਕਿਉਰਿਟੀ ਪਰਪਸ ਹੈ ਉਹਨੂੰ ਸਿਕਿਉਰਿਟੀ ਨੂੰ ਪੂਰਾ ਕਰਨ। ਅਸੀਂ ਇਹ ਨਹੀਂ ਕਹਿੰਦੇ ਹੈਗੇ ਵੀ ਸਿੱਧਾ ਖੋਲ੍ਹਦੇ ਨੇਗੇ, ਮਤਲਬ ਜੋ ਇਹਨਾਂ ਦੇ ਸਿਕਿਉਰਿਟੀ ਦੇ ਇਹਨਾਂ ਦੇ ਰੂਲਸ ਐਂਡ ਰੈਗੂਲੇਸ਼ਨ ਸਰਕਾਰਾਂ ਦੇ ਹੁੰਦੇ ਨੇ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਦਾ ਸਾਰਾ ਕੰਮ ਕਰਨ ਜੀ। ਤੇ ਖੋਲ੍ਹਣ 'ਚ ਵੈਸੇ ਇਤਰਾਜ਼ ਵੀ ਨਹੀਂ, ਮੈਨੂੰ ਤਾਂ ਨਹੀਂ ਕੋਈ ਸਮਝ ਲੱਗਦਾ ਜਾਂਦਾ ਕੋਈ ਸਾਨੂੰ ਨੁਕਸਾਨ ਹੈਗਾ ਜੇ ਪ੍ਰੋਪਰ ਆਪਾਂ ਬਾਕੀ ਵੀ ਸਾਰੇ ਬਾਰਡਰ ਖੁੱਲ੍ਹਦੇ ਨੇ। ਕੋਈ ਇਹ ਥੋੜ੍ਹੀ ਹੈਗਾ ਵੀ ਇਕੱਲਾ ਹੀ ਫਿਰੋਜ਼ਪੁਰ ਹੀ ਸਿਰਫ ਖੁੱਲ੍ਹਣਾ, ਪੂਰੇ ਵਰਲਡ ਵਿੱਚ ਬਾਰਡਰ ਸਾਰਿਆਂ ਦੇ ਬਾਰਡਰ ਖੁੱਲ੍ਹੇ ਹੁੰਦੇ ਨੇ, ਵਪਾਰ ਚੱਲਦਾ ਵਾ। ਕੈਨੇਡਾ USA ਦਾ ਬਾਰਡਰ ਖੁੱਲ੍ਹਾ ਹੋਇਆ ਵਾ, ਠੀਕ ਹੈ ਜੀ। ਆਪਾਂ ਫੋਰਨ ਦੀ ਗੱਲ ਕਰੀਏ, ਉਹਨਾਂ ਦੀ ਉੱਥੇ ਸਾਰੇ ਜ਼ਮੀਂਦਾਰ, ਉੱਥੇ ਜ਼ਮੀਂਦਾਰ ਕਹਿਣਾ ਪਿਆ, ਸਾਰੇ ਉੱਥੇ ਬੈਠੇ ਹੋਏ ਨੇ ਆਪਣਾ ਜਿਹੜੇ ਆਪਾਂ ਮਿਲਟਰੀ ਵਾਲੇ ਕਹਿ ਲਓ, ਸਿਕਿਉਰਿਟੀ ਵਾਲੇ ਕਹਿ ਲਓ, ਠੀਕ ਹੈ ਨੇ, ਸਾਰੇ ਬੈਠੇ ਨੇ ਉੱਥੇ। ਉਹ ਧਿਆਨ ਰੱਖਦੇ ਨੇ ਹਰ ਚੀਜ਼ ਦਾ, ਚੈਕਿੰਗ ਹੁੰਦੀ ਹਰ ਚੀਜ਼ ਦੀ। ਉਵੇਂ ਇੱਥੇ ਸਾਰੇ ਡਿਪਾਰਟਮੈਂਟ ਬਣਾ ਦੇਣ ਤੇ ਫਿਰੋਜ਼ਪੁਰ ਦਾ ਆਪਣਾ ਨਾਮ ਰੋਸ਼ਨ ਕਰਨ। ਕੀ ਲੱਗਦਾ ਸਰਕਾਰਾਂ ਦੀ ਨਾਕਾਮੀ ਹੈ ਇਹ ਜਿਹੜਾ ਬਾਰਡਰ ਵੱਲ ਧਿਆਨ? ਨਹੀਂ, ਮੈਂ ਸਰਕਾਰਾਂ ਨੂੰ ਕੋਈ ਬਲੇਮ ਨਹੀਂ ਦੇਣਾ ਚਾਹੁੰਦਾ ਜੀ। ਸਰਕਾਰਾਂ ਵੀ ਕਿਤੇ ਹੱਥ ਤੇ ਮਜਬੂਰ ਹੋ ਸਕਦੀ ਹੈ, ਮੈਂ ਕਿਸੇ ਨੂੰ ਵੀ ਬਲੇਮ ਨਹੀਂ ਦਿੰਦਾ ਜੀ। ਬਟ ਸਰਕਾਰ ਇਹ ਗੱਲ ਨੂੰ ਮੱਦੇ ਨਜ਼ਰ ਰੱਖਣਾ ਚਾਹੀਦਾ ਵਾ
ਵੀ ਖੋਲ੍ਹਣ ਬਾਰਡਰ ਨੂੰ, ਤੇ ਫਿਰੋਜ਼ਪੁਰ ਦਾ ਬੱਚਾ ਤਾਂ ਨਾ ਕਮ ਸੇ ਕਮ, ਜਾਂ ਪੰਜਾਬ ਦਾ ਬੱਚਾ ਕਹਿ ਲਓ, ਜਾਂ ਅਸੀਂ ਫਿਰੋਜ਼ਪੁਰ ਦੇ ਬੱਚੇ ਕਹਿ ਲਾਂਗੇ ਜੀ, ਫਿਰੋਜ਼ਪੁਰ ਦਾ ਬੱਚਾ ਤਾਂ ਨਾ ਬਾਹਰ ਜਾਵੇ। ਕੱਲਾ ਫਿਰੋਜ਼ਪੁਰ ਦਾ ਬੱਚਾ ਨਹੀਂ ਬਾਹਰ ਜਾਂਦਾ, ਨਾਲ ਇੱਕ ਬੱਚੇ ਦੇ ਨਾਲ 30 ਤੋਂ 40 ਲੱਖ ਰੁਪਈਆ ਵੀ ਫਿਰੋਜ਼ਪੁਰ ਦਾ ਬਾਹਰ ਜਾਂਦਾ ਵਾ। ਕੱਲਾ ਬੱਚਾ ਨਹੀਂ ਕੱਲਾ ਬਾਹਰ ਜਾਂਦਾ ਹੈਗਾ। ਉਹ ਸਰਕਾਰ, ਸਾਡਾ ਨੁਕਸਾਨ ਹੋ ਰਿਹਾ ਹੈ। ਇਹੀ ਸਾਡੇ ਸ਼ਹਿਰ 'ਚ ਕਿਤੇ 100 ਬੱਚਾ ਨਾ ਬਾਹਰ ਜਾਵੇ, ਸਿਰਫ 100 ਮੈਂ ਕਹਿ ਰਿਹਾ ਵਾਂ, ਤੇ ਇੱਕ ਫੈਕਟਰੀ ਲੱਗਦੀ ਏ ਫਿਰੋਜ਼ਪੁਰ ਸ਼ਹਿਰ ਵਿੱਚ, ਇੱਕ ਫੈਕਟਰੀ ਲੱਗਦੀ ਏ, ਤੇ ਹਜ਼ਾਰਾਂ ਬੱਚੇ ਮੇਰੇ ਹਿਸਾਬ ਨਾਲ ਹਰ ਮਹੀਨੇ ਬਾਹਰ ਜਾਂਦੇ ਨੇ, ਹਰ ਮਹੀਨੇ ਬਾਹਰ ਜਾਂਦੇ ਪਏ ਨੇ। ਤੇ ਤੁਸੀਂ ਹਿਸਾਬ ਲਾ ਲਓ ਵੀ ਫਿਰੋਜ਼ਪੁਰ 'ਚ ਕਿੰਨੀਆਂ ਫੈਕਟਰੀਆਂ ਹੋ ਜਾਣ। ਕੁਝ ਰੂਲ ਐਂਡ ਰੈਗੂਲੇਸ਼ਨ ਸਰਕਾਰ ਫੈਕਟਰੀ ਵਾਸਤੇ ਵੀ ਆਪਦੇ ਸਹੀ ਕਰਨ, ਵੀ ਕੋਈ ਬੱਚਾ ਬਾਹਰ ਨਾ ਜਾਵੇ। ਕਿਸੇ ਦੇ ਮਾਪਿਓ ਦਾ ਦਿਲ ਨਹੀਂ ਕਰਦਾ ਆਪਦਾ ਬੱਚੇ ਨੂੰ ਬਾਹਰ ਭੇਜਣ, ਇਸ ਵਾਸਤੇ ਬਾਰਡਰ ਖੋਲ੍ਹਿਆ ਜਾਵੇ। ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ, ਆਪਦੇ ਰੂਲਸ ਐਂਡ ਰੈਗੂਲੇਸ਼ਨ ਨਾਲ ਖੋਲ੍ਹਣ, ਆਪਦੀ ਸਿਕਿਉਰਿਟੀ ਨਾਲ ਪੂਰੀ ਖੋਲ੍ਹਣ, ਸਾਨੂੰ ਇਹਦੇ ਕੋਈ ਇਤਰਾਜ਼ ਨਹੀਂ, ਖੋਲ੍ਹਣਾ ਚਾਹੀਦਾ ਵਾ, ਤਾਂ ਕਿ ਫਿਰੋਜ਼ਪੁਰ ਦਾ ਬੱਚਾ ਵੀ ਨਾ ਬਾਹਰ ਜਾਵੇ ਤੇ ਫਿਰੋਜ਼ਪੁਰ ਨੂੰ ਫਾਇਦਾ ਵੀ ਹੋਵੇ, ਤੇ ਫਿਰੋਜ਼ਪੁਰ 'ਚ ਕੋਈ ਸਾਡਾ ਜਿਹੜਾ ਲੇਬਰ ਤਬਕਾ ਉਹ ਵੀ ਨਾ ਵਿਹਲਾ ਰਵੇ। ਜਿਹੜਾ ਵਿਹਲਾ ਰਹਿਣ ਕਾਰਨ ਉਹ ਨਸ਼ੇ 'ਤੇ ਜਾਂਦੇ ਪਏ ਨੇ। ਨਹੀਂ ਤਾਂ ਜੇ ਬੰਦਾ ਕੰਮ ਕਰਦਾ ਹੋਵੇ ਨਸ਼ੇ 'ਚ, ਉਹਨੂੰ ਧਿਆਨ ਨਹੀਂ ਹੈਗਾ ਨਸ਼ੇ ਦਾ ਜੀ, ਉਧਰੋਂ ਚੋਰੀਆਂ ਹੋ ਰਹੀਆਂ ਰੋਜ਼ ਦਿਹਾੜੀ ਜੀ। ਠੀਕ ਹੈ ਨਾ ਜੀ। ਅਸੀਂ ਹੁਣ ਜੈ ਮਾਂ ਸਰਸਵਤੀ ਇਨਕਲੇਵ 'ਚ ਰਹਿੰਦੇ ਹਾਂ ਜੀ। ਅਸੀਂ ਤਾਂ ਕਹਿੰਦੇ ਆ ਜੀ, ਸਾਡੇ ਨਾਲ ਹੀ ਇੱਥੇ ਬਾਰਡਰ ਹੈ, ਅਸੀਂ ਤਾਂ ਕਹਿੰਦੇ ਖੁੱਲ੍ਹੇ ਜੀ। ਇਹਦੇ ਨਾਲ ਸਰਕਾਰ ਨੂੰ ਵੀ ਫਾਇਦਾ ਹੈ, ਪ੍ਰਾਪਰਟੀ ਦੇ ਰੇਟ ਅਪ ਹੋਣਗੇ, ਸਰਕਾਰ ਨੂੰ ਬਹੁਤ ਫਾਇਦਾ ਹੈ। ਜ਼ਮੀਨਾਂ ਦੇ ਰੇਟ, ਜ਼ਮੀਂਦਾਰ ਨੂੰ ਫਾਇਦਾ ਹੈ ਜੀ, ਜ਼ਮੀਨਾਂ ਦੇ ਰੇਟ ਵਧਣਗੇ, ਇੱਥੇ ਹੋਟਲ ਖੁੱਲ੍ਹਣਗੇ। ਜੇ ਬਾਹਰੋਂ ਵਪਾਰੀ ਆਏਗਾ, ਇੱਥੇ ਰਹੇਗਾ, ਇੱਥੇ ਹੋਟਲ ਦਿਨ ਚੁਗਣੀ ਰਾਤ ਚੁਗਣੀ ਉੱਨਤੀ ਕਰਨਗੇ। ਠੀਕ ਹੈ ਨਾ ਜੀ। ਮਤਲਬ ਇਹ ਚੀਜ਼ਾਂ ਨੂੰ ਸਰਕਾਰ ਨੂੰ ਤਾਂ ਸਾਰਾ ਕੁਝ ਪਤਾ ਹੈ ਜੀ, ਅਸੀਂ ਤਾਂ ਬੱਚੇ ਹਜੇ। ਠੀਕ ਹੈ ਨਾ। ਸਰਕਾਰ ਤਾਂ ਸਾਰੇ ਵੇਖੋ ਲੀਡਰ ਸਾਰੇ ਹੀ ਮਤਲਬ ਵੈਲ ਐਜੂਕੇਟਿਡ ਵੀ ਨੇ, ਤੇ ਉਹਨਾਂ ਕੋਲ ਵੈਲ ਐਕਸਪੀਰੀਅੰਸਡ ਵੀ ਨੇ। ਅਸੀਂ ਤਾਂ ਇਹ ਬੱਚੇ ਆ ਛੋਟੇ ਜਿਹੇ, ਤੇ ਇਸ ਵਾਸਤੇ ਮਤਲਬ ਖੋਲ੍ਹਣ 'ਚ ਸਾਨੂੰ ਤਾਂ ਨਹੀਂ ਕੁਝ ਵੇਖਦਾ ਜੀ ਵੀ ਨੁਕਸਾਨ ਹੋਏਗਾ। ਹਾਂ, ਨੁਕਸਾਨ ਹੁੰਦਾ ਵਾ ਜੇ ਤੁਸੀਂ ਉਹਨੂੰ ਆਪਦਾ ਰੂਲਸ ਉਹੋ ਜਿਹੇ ਬਣਾਓ ਵੀ ਪ੍ਰੋਪਰ ਚੈਕਿੰਗ ਹੋਵੇ, ਪ੍ਰੋਪਰ ਸਿਕਿਉਰਿਟੀ ਵਾਲੇ ਬੈਠਣ, ਸਾਰਾ ਰੂਲਸ ਐਂਡ ਰੈਗੂਲੇਸ਼ਨ ਧਿਆਨ ਨੂੰ ਰੱਖਣ ਜੀ। ਵੈਸੇ ਇਹ ਗੱਲ ਜ਼ਰੂਰ ਠੀਕ ਹੈ ਕਿ ਵਪਾਰ ਜ਼ਰੂਰ ਖੁੱਲ੍ਹਣਾ ਚਾਹੀਦਾ ਹੈ, ਪਰ ਸਾਵਧਾਨੀ ਵੀ ਨਾਲ ਜ਼ਰੂਰੀ ਹੈਗੀ ਹੈ। ਕਿਤੇ ਨਾ ਕਿਤੇ ਇਹ ਵੀ ਤੌਖਲਾ ਰਹਿੰਦਾ ਹੈ ਕਾਰੋਬਾਰ ਨੂੰ ਲੈ ਕੇ, ਭਾਰਤ ਪਾਕਿਸਤਾਨ ਦੇ ਸੰਬੰਧਾਂ ਕਰਕੇ ਵੀ ਜਿਹੜੀ ਹੈਗੀ ਹੈ ਪਰੇਸ਼ਾਨੀ, ਜਾਂ ਆਪਾਂ ਦੇ ਕਹਿ ਸਕਦੇ ਮਨ ਦੇ ਵਿੱਚ ਸਵਾਲ ਰਹਿੰਦਾ ਹੈ। ਉਹ ਸਵਾਲ ਹੈ ਸੁਰੱਖਿਆ ਨਾਲ ਜੁੜਿਆ ਹੋਇਆ। ਉਹ ਪਹਿਲਾਂ ਜਿਹੜਾ ਹੈਗਾ ਹੱਲ ਹੋਣਾ, ਕਿਉਂਕਿ ਜਿਹੜੀ ਗੱਲਬਾਤ ਆਪਾਂ ਸੁਣੀ ਹੈ ਪਿੱਛੇ, ਉਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਚਿੱਟੇ ਦਾ ਕਾਰੋਬਾਰ ਹੈ ਨਾ, ਉਹ ਬੰਦ ਹੋਣਾ। ਹਾਲਾਂਕਿ ਚਿੱਟੇ ਦਾ ਕੋਈ ਕਾਰੋਬਾਰ ਨਹੀਂ ਹੈ, ਕੋਈ ਡਾਇਰੈਕਟਲੀ ਨਹੀਂ ਹੈ, ਕੋਈ ਮਾਰਕੀਟ ਨਹੀਂ ਹੈ, ਕੋਈ ਬਾਜ਼ਾਰ ਨਹੀਂ ਹੈ, ਪਰ ਲੇਕਿਨ ਕਿਤੇ ਨਾ ਕਿਤੇ ਜਿਹੜਾ ਹੈਗਾ ਚਿੱਟਾ ਉੱਧਰੋਂ ਆਉਂਦਾ ਹੈ। ਇਲਜ਼ਾਮ ਲੱਗਦੇ ਨੇ ਗੁਆਂਢੀ ਮੁਲਕ ਦੇ ਉੱਤੇ, ਉਹਦਾ ਜ਼ਰੂਰ ਜਿਹੜੇ ਹੈਗੇ ਨੇ ਲੋਕ, ਉਹਨਾਂ ਦੇ ਮਨਾਂ 'ਚ ਤੌਖਲਾ ਹੈਗਾ ਕਿ ਕਿਤੇ ਇਹ ਨਾ ਹੋਵੇ ਕਿ ਅਸੀਂ ਜਿਹੜਾ ਇਹ ਵਪਾਰ ਦਾ ਸ਼ੁਰੂ ਕਰ ਲਈਏ, ਉਹਦੇ ਨਾਲ ਕੋਈ ਹੋਰ ਜਿਹੜੀ ਪਰੇਸ਼ਾਨੀ ਹੈਗੀ ਸਾਡੇ ਵਾਸਤੇ ਖੜੀ ਹੋ ਜਾਵੇ। ਦੂਜੇ ਪਾਸੇ ਮੈਂ ਅੰਮ੍ਰਿਤਸਰ ਵਾਲੇ ਪਾਸੇ ਮੋੜਾ ਤਾਂ ਇਹਦੇ ਵਿੱਚ ਸਾਡੇ MP ਨੇ, ਮੈਂਬਰ ਪਾਰਲੀਮੈਂਟ ਨੇ ਗੁਰਜੀਤ ਔਜਲਾ, ਉਹਨਾਂ ਦੇ ਨਾਲ ਮੇਰੇ ਸਹਿਯੋਗੀ ਨੇ ਗੱਲਬਾਤ ਕੀਤੀ ਹੈ। ਉਹਨਾਂ ਨੇ ਵੀ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਸਪਸ਼ਟ ਕੀਤੀਆਂ ਨੇ ਭਾਰਤ ਪਾਕਿਸਤਾਨ ਦੇ ਵਪਾਰ ਨੂੰ ਲੈ ਕੇ। ਜਿਹੜੀਆਂ ਚੀਜ਼ਾਂ ਨੇ ਉਹ ਤੁਹਾਨੂੰ ਵੀ ਸੁਣਨੀਆਂ ਜ਼ਰੂਰੀ ਨੇ। ਉਹਨਾਂ ਬਾਰੇ ਵੀ ਉਹਨਾਂ ਨੇ ਕੀ ਕਿਹਾ, ਗੁਰਜੀਤ ਔਜਲਾ ਨੇ ਕੀ ਪੱਖ ਰੱਖਿਆ, ਆਓ ਸੁਣ ਲੈਂਦੇ ਹਾਂ। ਦੇਖੋ, ਇਹ ਜਿਹੜੀ ਡਿਮਾਂਡ ਹੈ ਇਹ ਧਰਾਤਲ ਸਥਿਤੀ ਨੂੰ ਵੇਖਦੇ ਹੋਏ ਲੋਕ ਸਭਾ ਦੇ ਵਿੱਚ ਬਾਰ-ਬਾਰ ਉਠਾਈ ਗਈ ਹੈ, ਔਰ ਚਿੱਠੀ ਪੱਤਰ ਜਿਹੜਾ ਉਹਦੇ ਤਕਰੀਬਨ ਸਾਡਾ ਜਾਰੀ ਰਹਿੰਦਾ ਹੈ ਕੇਂਦਰ ਸਰਕਾਰ ਦੇ ਨਾਲ। ਪ੍ਰਧਾਨ ਮੰਤਰੀ ਜੀ ਨੂੰ ਵੀ ਅਸੀਂ ਬੇਨਤੀ ਕੀਤੀ ਹੈ, ਹੋਮ ਮਿਨਿਸਟਰ ਨੂੰ ਵੀ ਕੀਤੀ ਹੈ ਕਿ ਇੱਥੇ ਵਪਾਰ ਜਿਹੜਾ ਆ ਆਰਥਿਕਤਾ ਤੌਰ ਤੇ ਬੜਾ ਜ਼ਰੂਰੀ ਹੈ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵੀ ਵਪਾਰ ਦਾ ਕੇਂਦਰ ਰਿਹਾ ਅੰਮ੍ਰਿਤਸਰ ਜੀ। ਉਹੀ ਕਾਰਨ ਹੈ ਕਿ 1931 'ਚ ਇੱਥੇ ਏਅਰਪੋਰਟ ਬਣ ਗਿਆ ਸੀ। ਸਾਡਾ ਅਫਗਾਨਿਸਤਾਨ ਤੱਕ ਵਪਾਰ ਸੀ, ਬਾਈ ਰੋਡ ਜਾਂਦਾ ਸੀ ਸਾਰਾ ਸਮਾਨ, ਉੱਧਰੋਂ ਵੀ ਇੰਪੋਰਟ ਐਕਸਪੋਰਟ ਚੱਲਦਾ ਸੀ। ਪਰ ਕਈ ਵਾਰ ਇਹ ਵਪਾਰ ਬੰਦ ਹੋਇਆ, ਕਈ ਵਾਰ ਖੁੱਲ੍ਹ ਜਾਂਦਾ ਰਿਹਾ ਦੇਸ਼ ਦੇ ਹਾਲਾਤਾਂ ਦੇ ਮੁਤਾਬਕ, ਕਿਉਂਕਿ ਪਾਕਿਸਤਾਨ ਕੋਈ ਨਾ ਕੋਈ ਹਰਕਤ ਇਹੋ ਜਿਹੀ ਕਰ ਦਿੰਦਾ। ਅੱਜ ਵੀ ਅਜੇ ਸਾਡਾ ਦੇਸ਼ ਜਿਹੜਾ ਆ ਇੰਪੋਰਟ ਵੱਧ ਕਰਦਾ ਆ, ਪਰ ਪਾਕਿਸਤਾਨ ਇੰਪੋਰਟ ਸਾਡੇ ਵੱਲੋਂ ਘੱਟ ਕਰਦਾ ਆ। ਉਹ ਸਭਨਾਂ ਦੇ ਬਾਵਜੂਦ ਫਿਰ ਵੀ ਵਪਾਰ ਜਿਹੜਾ ਇੱਥੇ ਬਹੁਤ ਜ਼ਿਆਦਾ, ਕਿਉਂਕਿ ਸਾਡੀ ਆਬਾਦੀ ਬਹੁਤ ਵੱਡੀ ਹੈ, ਸਾਨੂੰ ਚੀਜ਼ਾਂ ਦੀ ਲੋੜ ਰਹਿੰਦੀ ਹੈ, ਔਰ ਇਹ ਸਭ ਤੋਂ ਮਤਲਬ ਸਸਤਾ ਅਟਾਰੀ ਬਾਰਡਰ ਨਹੀਂ ਪੈਂਦਾ ਸਾਨੂੰ। ਇਹ ਜਦੋਂ ਬਾਲਾਕੋਟ ਅਟੈਕ ਹੋਇਆ, ਜਦੋਂ ਇਲੈਕਸ਼ਨਾਂ ਤੋਂ ਪਹਿਲਾਂ 2019 ਦੇ, ਉਸ ਤੋਂ ਬਾਅਦ ਇਹਨਾਂ ਨੇ ਇੱਕ ਦਿਨ 'ਚ 200% ਕਸਟਮ ਡਿਊਟੀ ਵਧਾ ਦਿੱਤੀ। ਉਹਦੇ ਵਧਾਉਣ ਕਰਕੇ ਵਪਾਰ ਬੰਦ ਹੋ ਗਿਆ, ਕਿਉਂਕਿ ਇੰਨਾ ਮਹਿੰਗਾ ਵਪਾਰ ਜਿਹੜਾ ਉਹ ਸਾਨੂੰ ਵਾਰਾ ਨਹੀਂ ਖਾਂਦਾ। ਅਸੀਂ ਬਾਰ-ਬਾਰ ਬੇਨਤੀ ਕਰਦੇ ਹਾਂ ਕਿ ਸਮਾਨ ਤੇ ਆ ਰਿਹਾ, ਦੂਜੇ ਦੇਸ਼ਾਂ ਰਾਹੀਂ ਆ ਰਿਹਾ, ਦੁਬਈ ਦੇ ਰਾਹੀਂ ਆ ਰਿਹਾ, ਮਤਲਬ ਲੇਬਲ ਚੇਂਜ ਕਰਕੇ ਸੇਮ ਚੀਜ਼ ਜਿਹੜੀ ਆ ਉੱਥੋਂ, ਕਿਉਂਕਿ ਪ੍ਰੋਡਕਸ਼ਨ ਹੀ ਉੱਥੇ ਹੋ ਰਹੀ ਹੈ, ਪ੍ਰੋਡਿਊਸ ਹੀ ਉਹ ਕਰ ਰਿਹਾ, ਅਫਗਾਨਿਸਤਾਨ ਕਰਦਾ, ਜਾਂ ਕੋਈ ਚੀਜ਼ਾਂ ਪਾਕਿਸਤਾਨ ਤੋਂ ਆਉਂਦੀਆਂ ਨੇ ਤੋਂ ਵਾਇਆ ਦੁਬਈ ਆ ਰਹੀਆਂ ਨੇ, ਵਾਇਆ ਗੁਜਰਾਤ ਆ ਰਹੀਆਂ ਨੇ, ਮਹਿੰਗਾ ਪੈ ਰਿਹਾ। ਤੇ ਸਾਡੀ ਜਿਹੜੀ ਆਰਥਿਕ ਸਥਿਤੀ ਆ ਉਹ ਬੜੀ ਮਾੜੀ ਹੋ ਗਈ ਆ। ਕੁੱਲੀ ਸਾਰੇ ਵਿਚਾਰੇ ਭੈਣ ਭਰਾ ਸਾਡੇ ਵਿਹਲੇ ਬੈਠੇ ਨੇ, ਉਹਦੇ ਨਾਲ ਹੋਰ ਵੀ ਟਰਾਂਸਪੋਰਟਰ ਨੇ, ਵਪਾਰੀ ਹੈ। ਹੁਣ ਵਪਾਰੀ ਨੂੰ ਤਾਂ ਰੋਜ਼, ਕਿਉਂਕਿ ਲਿਮਟਾਂ ਬਣੀਆਂ ਹੁੰਦੀਆਂ, ਉਹਨਾਂ ਨੂੰ ਤਾਂ ਲੋੜ ਹੈ, ਉਹ ਕਿਤੇ ਹੋਰ ਜਾਂਦੇ ਆ, ਕੁਝ ਹੋਰ ਕਰਨ ਦੇ ਬਾਰੇ ਸੋਚਦੇ ਆ। ਪਰ ਜੇ ਇੱਥੇ ਵਪਾਰ ਜਿਹੜਾ ਖੁੱਲ੍ਹ ਜੇ ਤੇ ਭਾਰਤ ਲਈ ਵੀ ਬੜੀ ਲਾਹੇਵੰਦ ਚੀਜ਼ ਹੈ।
ਔਰ ਸਾਡੇ ਖਾਸ ਕਰ ਅੰਮ੍ਰਿਤਸਰ ਵਾਸਤੇ ਤੇ ਬਹੁਤ ਵਧੀਆ ਚੀਜ਼ ਹੈ। ਇਹਦੇ ਨਾਲ ਦੀ ਨਾਲ ਮੈਂ ਤੁਹਾਨੂੰ ਚੇਤਾ ਕਰਾਉਣਾ ਚਾਹੁੰਦਾ ਕਿ ਇੱਥੇ ਟਰੱਕ ਸਕੈਨਰ ਦੀ ਬੜੀ ਵੱਡੀ ਸਮੱਸਿਆ ਹੈ, ਜਿਹਦੇ ਕਰਕੇ ਵਪਾਰੀ ਅਜੇ ਖੁੱਲ੍ਹ ਕੇ ਵਪਾਰ ਵੀ ਨਹੀਂ ਕਰਦਾ। ਪਾਕਿਸਤਾਨ ਦਾ ਕੋਈ ਰਿਸਕ ਹੈ ਕਿਉਂਕਿ ਬਹੁਤ ਵੱਡਾ ਉੱਥੋਂ ਸਮਾਨ ਆ ਜਾਂਦਾ ਹੈ, ਕੌਣ ਕਿਹਦੇ ਰਾਹੀਂ ਭੇਜਦਾ ਹੈ, ਕਿਉਂਕਿ ਹਜ਼ਾਰਾਂ ਬੋਰੀਆਂ ਆਉਂਦੀਆਂ ਨੇ ਕਿਤੇ ਪਿਆ ਵਾ, ਉਹ ਤੇ ਆਪਣੀ ਸੈਟਿੰਗ ਕਰਕੇ ਭੇਜ ਦਿੰਦੇ, ਪਰ ਜਿਹੜੇ ਵਪਾਰੀ ਦਾ ਮਾਲ ਹੁੰਦਾ ਜਾਂ ਜਿਹੜੇ ਲੋਕ ਲੈ ਕੇ ਆਉਂਦੇ ਉਹਨਾਂ ਵਾਲੀ ਮੁਸ਼ਕਿਲ ਖੜੀ ਹੋ ਜਾਂਦੀ ਹੈ। ਤੇ ਟਰੱਕ ਸਕੈਨਰ ਜਿਹੜਾ 12 ਸਾਲਾਂ 'ਚ ਸਾਡੇ ਕੋਲ ਨਹੀਂ ਲੱਗਾ। ਸਭ ਤੋਂ ਵੱਡੀ ਮੁਸੀਬਤ ਇਹ ਹੈ ਕਿ ਇਹ ਕੰਟਰੀ ਸਾਡਾ ਕਹਿ ਰਹੇ ਹਾਂ ਕਿ ਅਸੀਂ 5 ਟ੍ਰਿਲੀਅਨ ਇਕਨੋਮੀ ਬਣਨਾ, ਅਸੀਂ ਡਿਜੀਟਲ ਇੰਡੀਆ ਬਣਾ ਰਹੇ ਹਾਂ, ਪਰ ਸਾਡੇ ਕੋਲ ਇੱਕ ਟਰੱਕ ਸਕੈਨਰ 12 ਸਾਲ 'ਚ ਨਹੀਂ ਲਾਇਆ ਗਿਆ। ਇਸ ਬਾਰਡਰ ਦੇ ਉੱਤੇ ਪਾਕਿਸਤਾਨ ਨੇ 2 ਟਰੱਕ ਸਕੈਨਰ ਲਾਏ ਆ, ਸਾਡੇ ਬਾਰ-ਬਾਰ ਬੇਨਤੀਆਂ ਕਰਨ ਦੇ ਬਾਵਜੂਦ। ਜੇ ਟਰੱਕ ਸਕੈਨਰ ਲੱਗਾ ਹੀ ਹੈ ਤੇ ਹੁਣ ਆ ਕੇ ਕਸਟਮ ਨੇ ਉਹਨੂੰ ਕਹਿ ਦਿੱਤਾ ਜੀ ਮੇਰੇ ਮੁਤਾਬਕ ਇਹ ਟਰੱਕ ਸਕੈਨਰ ਜਿਹੜਾ ਆ ਉਹ ਫੇਲ ਹੈ, ਸਾਡੇ ਮੁਤਾਬਕ ਇਹ ਜਿਹੜੀਆਂ ਚੀਜ਼ਾਂ ਸਾਨੂੰ ਦਿਖਣੀਆਂ ਚਾਹੀਦੀਆਂ ਉਹਦੇ ਰਾਹੀਂ ਸਾਨੂੰ ਨਹੀਂ ਪਤਾ ਲੱਗਦਾ ਕਿ ਲੰਘ ਗਈਆਂ ਕਿ ਨਹੀਂ ਲੰਘ ਗਈਆਂ। ਸੋ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਇਹਨਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦੀਆਂ ਸੀ। ਪਾਕਿਸਤਾਨ ਇੱਕ ਗਰੀਬ ਮੁਲਕ ਕਹਿੰਦੇ ਸਾਡੇ ਤੋਂ ਹੇਠਾਂ ਹੈ, ਪਰ ਉਹਨੇ 2012 ਦੇ ਟਰੱਕ ਸਕੈਨਰ ਲਾਏ ਨੇ। ਤੇ ਇਹਨਾਂ ਨੂੰ ਆਪਣੇ ਇੰਡੀਆ ਵਾਸਤੇ ਔਰ ਖਾਸ ਕਰ ਜਿਹੜੇ ਡਿਪਾਰਟਮੈਂਟ ਹੈ ਉਹਨਾਂ ਲਈ ਬੜੇ ਸ਼ਰਮ ਦੀ ਗੱਲ ਹੈ, ਔਰ ਗੌਰਮੈਂਟ ਵਾਸਤੇ ਵੀ ਕਿ 2 ਵਾਰੀ ਸਟੇਟ ਮਿਨਿਸਟਰ ਉਦਘਾਟਨ ਕਰ ਗਏ ਹੋਣ, ਅਜੇ ਤੱਕ ਟਰੱਕ ਸਕੈਨਰ ਨਾ ਇੱਥੇ ਚਾਲੂ ਹੋਇਆ ਹੋਵੇ। ਇਹ ਸਭ ਤੋਂ ਨਮੋਸ਼ੀ ਭਰੀ ਗੱਲ ਹੈ ਜਿਹੜੀ ਸਾਡੇ ਵਪਾਰ ਨੂੰ ਇਫੈਕਟ ਕਰਦੀ ਹੈ, ਕਿਉਂਕਿ ਉਹ ਨਸ਼ੇ ਭੇਜਦਾ, ਉਹਨੂੰ ਉਹ ਹਥਿਆਰ ਭੇਜਦਾ ਆ, ਉਹਨੇ ਕੀ ਭੇਜਣਾ ਪਤਾ ਨਹੀਂ ਲੱਗਦਾ। ਹੁਣ ਕੱਲੀ ਬੋਰੀ ਚੈੱਕ ਕਰਦੇ, ਖੋਲ ਕੇ ਪੈਕ ਕਰਨੀ, ਉਹਦੇ 'ਚ ਕਈ ਚੋਰੀ ਵੀ ਹੁੰਦੀ ਹੈ, ਕਈ ਨੁਕਸਾਨ ਹੁੰਦੇ ਜਦੋਂ ਅਦਲਾ ਬਦਲੀ ਹੁੰਦੀ ਹੈ। ਸੋ ਇਹ ਵਪਾਰ ਨੂੰ ਖੁੱਲ੍ਹਣ ਵਾਸਤੇ 2-3 ਚੀਜ਼ਾਂ ਜਿਹੜੀਆਂ ਨੇ ਉਹ ਸਰਕਾਰ ਨੂੰ ਧਿਆਨ ਦੇ ਕੇ ਟਰੱਕ ਸਕੈਨਰ ਹੋ ਗਿਆ, ਇਸ ਵਪਾਰ ਲਈ ਕਿਹੜਾ ਸਮਾਨ ਜਿਹੜਾ ਇੱਧਰ ਰਾਹੀਂ ਜ਼ਿਆਦਾ ਆ ਸਕਦਾ ਜਾਂ ਜਿਹੜਾ ਪਾਕਿਸਤਾਨ ਨੂੰ ਜਾ ਸਕਦਾ। ਦਵਾਈਆਂ ਬਹੁਤ ਲੋੜ ਹੈ ਇਹਨਾਂ ਨੂੰ ਸਾਡੇ ਕੋਲ, ਔਰ ਜਿਹੜਾ ਫਸਲ ਹੈ, ਜਿਹੜੀ ਸਬਜ਼ੀ ਹੈ, ਇਹ ਇਹਨਾਂ ਨੂੰ ਲੋੜ ਹੈ ਸਾਡੇ ਤੋਂ, ਜਿਹੜੀਆਂ ਸਾਡੇ ਖਿੱਤੇ 'ਚ ਪੈਦਾ ਹੁੰਦੀਆਂ ਨੇ ਖਾਸ ਕਰ ਪੰਜਾਬ ਦੇ ਵਿੱਚ, ਨਾਲੇ ਕਿਸਾਨ ਦੀ ਮਾਲੀ ਹਾਲਤ ਚੰਗੀ ਹੋਵੇ। ਸੋ ਇਹ ਚੀਜ਼ਾਂ ਉੱਧਰ ਭੇਜੀਆਂ ਜਾ ਸਕਦੀਆਂ। ਇਹ ਭਾਰਤ ਸਰਕਾਰ ਨੂੰ ਚਿੰਤਾ ਕਰਨੀ ਚਾਹੀਦੀ। ਠੀਕ ਹੈ, ਹਾਲਾਤ ਸਾਡੇ ਸੁਖਾਵੇਂ ਨਹੀਂ ਹੈਗੇ, ਅਸੀਂ ਟੈਕਨੋਲੋਜੀ ਵਿਕਸਿਤ ਕਰ ਸਕਦੇ ਹਾਂ। ਅੱਜ ਤਾਂ ਬਹੁਤ ਯੁੱਗ ਅੱਗੇ ਚਲੇ ਗਏ ਕਿ ਤੁਸੀਂ ਕੋਈ ਵੀ ਇੱਕ ਚਿੜੀ ਵੀ ਪਰ ਨਹੀਂ ਮਾਰ ਸਕਦੀ। ਉਹ ਟੈਕਨੋਲੋਜੀ, ਐਡਵਾਂਸ ਟੈਕਨੋਲੋਜੀ ਲੈ ਕੇ ਆਓ, ਬਾਰਡਰ 'ਤੇ ਲਾਓ, ਜਿਹੜਾ ਕੋਈ ਪਾਰ ਕਰਨਾ ਚਾਹੁੰਦਾ ਉਹਨੂੰ ਕਰਨ ਦਿਓ। ਔਜਲਾ ਜੀ, ਜਿਸ ਤਰ੍ਹਾਂ ਪਹਿਲਾਂ ਰਿਟਰੀਟ ਸੈਰਾਮਨੀ ਵੀ ਬੰਦ ਕਰਤੀ ਸੀ, ਜਿਹੜੀ ਬੱਸ ਚੱਲਦੀ ਸੀ ਉਹ ਵੀ ਬੰਦ ਕਰਤੀ ਸੀ, ਟ੍ਰੇਨ ਵੀ ਬੰਦ ਕਰਤੀ, ਵਪਾਰ ਵੀ ਬੰਦ ਕਰਤਾ, ਕਿ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਹੁਣ ਰਿਟਰੀਟ ਸੈਰਾਮਨੀ ਸ਼ੁਰੂ ਕੀਤੀ ਹੈ, ਹੌਲੀ ਇਹਨਾਂ ਨੂੰ ਵਪਾਰ ਵੀ ਸ਼ੁਰੂ ਕਰ ਦੇਣਾ ਚਾਹੀਦਾ, ਕਿਉਂਕਿ ਬਹੁਤ ਸਾਰੇ ਵਪਾਰੀਆਂ ਦੀ ਮੰਗ ਇਹੀ ਹੈ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਅਟਾਰੀ ਸਰਹੱਦੀ ਇਲਾਕੇ 'ਚ ਜਿਹੜੇ ਕੁਲੀ ਰਹਿੰਦੇ ਉਹ ਬੇਰੁਜ਼ਗਾਰ ਹੁੰਦੇ ਜਾ ਰਹੇ ਆ। ਬਿਲਕੁਲ, ਇਹ ਤੇ ਬੜੀ ਵੱਡੀ ਮੰਗ ਹੈ, ਕਿਉਂਕਿ ਕਰੋਨਾ ਕਰਕੇ ਸਾਨੂੰ ਬਹੁਤ ਨੁਕਸਾਨ ਹੋਇਆ। ਤੁਸੀਂ ਇਹ ਵੇਖੋ, ਜਦੋਂ ਸਾਡੇ ਕੋਲ ਆਕਸੀਜਨ ਨਹੀਂ ਸੀ ਨਾ ਹੈਗੀ ਤੇ ਪਾਕਿਸਤਾਨ ਕੋਲ ਆਕਸੀਜਨ ਸਰਪਲਸ ਸੀ, ਤੇ ਸਾਨੂੰ 20 ਕਿਲੋਮੀਟਰ ਤੋਂ ਆਕਸੀਜਨ ਇੱਥੇ ਮਿਲ ਸਕਦੀ ਸੀ। ਮੈਂ ਬਹੁਤ ਜ਼ੋਰ ਲਾਇਆ ਕਿ ਸਾਨੂੰ ਬਾਰਡਰ ਤੋਂ ਘੱਟੋ ਘੱਟ ਕੁਝ ਮਿਨੀਮਮ ਪ੍ਰੋਗਰਾਮ ਗੌਰਮੈਂਟਾਂ ਦੇ ਹੋਣੇ ਚਾਹੀਦੇ। ਜਦੋਂ ਐਮਰਜੈਂਸੀ ਕੋਈ ਇਹੋ ਜਿਹੀ ਆ ਜਾਏ, ਕੋਈ ਆਫਤ ਆ ਜਾਏ, ਵੀ ਉਦੋਂ ਘੱਟੋ ਘੱਟ ਅਸੀਂ ਹੱਥ ਮਿਲਾ ਕੇ ਉਸ ਕੁਦਰਤੀ ਆਫਤ ਦਾ ਮੁਕਾਬਲਾ ਤੇ ਕਰ ਸਕੀਏ। ਪਰ ਉਹ ਵੀ ਸਾਡੇ ਮਤਲਬ ਜਿਹੜੇ ਹਾਲਾਤ ਨੇ ਉਸ ਬੰਨੇ ਸਰਕਾਰ ਸੋਚਦੀ ਨਹੀਂ। ਐਕਸਟਰਨਲ ਪਾਲਿਸੀ ਸਰਕਾਰ ਦੀ ਫੇਲ ਹੈ, ਕੇਂਦਰ ਸਰਕਾਰ ਦੀ। ਤੁਸੀਂ ਦੇਖ ਲਓ, ਕੋਈ ਵੀ ਕੰਟਰੀ, ਜਿਹੜਾ ਚਾਈਨਾ ਦੇਖ ਲਓ, ਇਹਨਾਂ ਨੂੰ ਦੇਖ ਲਓ, ਪਾਕਿਸਤਾਨ ਨੂੰ, ਨੇਪਾਲ, ਬੰਗਲਾਦੇਸ਼, ਭੂਟਾਨ, ਸਾਰਿਆਂ ਨਾਲ ਹੀ ਸਾਡੇ ਹਾਲਾਤ ਨਹੀਂ ਸੁਖਾਵੇਂ। ਸਾਡੀ ਐਕਸਟਰਨਲ ਐਕਸਟਰਨਲ ਪਾਲਿਸੀ ਆ, ਜਿਹੜੀ ਵਿਦੇਸ਼ੀ ਨੀਤੀ ਆ, ਉਹ ਇੰਨੀ ਮਾੜੀ ਹੈ ਕਿ ਅਸੀਂ ਸਾਰੇ ਦੁਸ਼ਮਣ ਮੋਢਿਆਂ ਤੇ ਬਣਾ ਲਏ ਆਪਣੇ। ਅੱਗੇ ਨੇਪਾਲ ਸਾਡਾ ਮਿੱਤਰ ਹੁੰਦਾ ਸੀ, ਭੂਟਾਨ ਮਿੱਤਰ ਹੁੰਦਾ ਸੀ, ਚਲੋ ਇਹਨਾਂ ਨਾਲ ਤੇ ਸਾਡੇ ਕਨਫਲਿਕਟ ਸ਼ੁਰੂ ਤੋਂ ਰਹੇ ਆ। ਚਾਈਨਾ ਅੰਦਰ ਆ ਗਿਆ ਹੈ, ਉਹਦੇ ਬਾਰੇ ਇਹ ਕੁਝ ਨਹੀਂ ਬੋਲਣਾ ਚਾਹੁੰਦੇ। ਸੋ ਇਹ ਜਿਹੜੀਆਂ ਵਿਦੇਸ਼ ਨੀਤੀਆਂ ਮਾੜੀਆਂ ਹੋਣ ਕਰਕੇ ਹੁਣ ਵਪਾਰ ਵੀ ਇਹਨਾਂ ਨੇ ਖੋਲ੍ਹਣਾ ਦੋਨਾਂ ਰਾਹੀਂ ਹੈ। ਜੇ ਵਿਦੇਸ਼ ਨੀਤੀ ਚੰਗੀ ਹੋਵੇ ਤਾਂ ਕਿਸੇ ਨੂੰ ਕਹਿ ਕੇ ਕੰਮ ਕਰਾਇਆ ਜਾ ਸਕਦਾ, ਪਰ ਅਸੀਂ ਫਿਰ ਵੀ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸੋਚੋ, ਇਸ ਖਿੱਤੇ ਨੂੰ ਭਾਰੀ ਮੰਗ ਹੈ, ਇਸ ਖਿੱਤੇ ਦਾ ਬੜਾ ਫਾਇਦਾ ਹੋ ਸਕਦਾ। ਖਾਸ ਕਰ ਅੰਮ੍ਰਿਤਸਰ ਦਾ, ਪੰਜਾਬ ਦਾ ਬਾਰਡਰ ਏਰੀਆ ਵਾ, ਖੇਤੀ ਪ੍ਰਧਾਨ ਸੂਬਾ ਆ। ਖੇਤੀ ਦੀਆਂ ਵਸਤਾਂ ਘੱਟੋ ਘੱਟ ਐਕਸਪੋਰਟ ਕਰਨ ਦਾ ਨਾਲ ਪਾਕਿਸਤਾਨ ਦੀ ਗੱਲ ਕਰਕੇ ਉੱਥੇ ਭੇਜਣੀਆਂ ਚਾਹੀਦੀਆਂ। ਜਿਹੜੇ ਇੰਪੋਰਟ ਹੈ ਉਹ ਇੱਕ ਟੈਕਨੋਲੋਜੀ ਵਿਕਸਿਤ ਕਰਕੇ ਕਿ ਉੱਥੋਂ ਕੋਈ ਗਲਤ ਚੀਜ਼ ਨਾ ਆਵੇ, ਵਪਾਰੀਆਂ ਨੂੰ ਸਹੂਲਤ ਦੇਣ ਇਸ ਗੱਲ ਦੀ। ਇਹ ਸੀ ਸਿਆਸੀ ਰਾਏ, ਕਹਿ ਸਕਦੇ ਹਾਂ ਸਿਆਸੀ ਰਾਏਸ਼ੁਮਾਰੀ। ਆਪਣੀ ਗੱਲ ਮੁਕਾਉਣ ਤੋਂ ਪਹਿਲਾਂ ਮੈਂ ਫਾਜ਼ਿਲਕਾ ਦੇ ਲੋਕਾਂ ਦੀ ਵੀ ਗੱਲ ਹੈ ਜ਼ਰੂਰ ਸੁਣਨੀ ਚਾਹੁੰਦਾ। ਇੱਕ ਸੌ ਲੋਕਾਂ ਨੇ ਇਹ ਵੀ ਕਿਹਾ ਕਿ ਬਾਰਡਰ ਤੋਂ ਪਾਰ ਜੋ ਕਾਰੋਬਾਰ ਹੈ ਉਹ ਜ਼ਰੂਰ ਸ਼ੁਰੂ ਹੋਣਾ ਚਾਹੀਦਾ ਹੈ। ਉਹਨਾਂ ਦਾ ਨਿੱਜੀ ਫਾਇਦਾ ਜਿਹੜਾ ਹੈਗਾ, ਇਹਦੇ 'ਚ ਫਾਇਦਾ ਵੀ ਹੈਗਾ, ਨਿੱਜੀ ਜਿਹੜੇ ਹੈਗੇ ਇਹਨਾਂ ਦੇ ਸਵਾਦ ਵੀ ਹੈਗੇ ਨੇ, ਪਰ ਲੇਕਿਨ ਕਿਤੇ ਨਾ ਕਿਤੇ ਇੱਥੇ ਵੀ ਗੱਲ ਉਹੀ ਸਾਫ਼ ਦੇ ਲਈ ਆਈ ਹੈ। ਆਓ ਸੁਣਦੇ ਹਾਂ ਉਹਨਾਂ ਨੇ ਕੀ ਕਿਹਾ। ਸਰ, ਬਾਰਡਰ ਜੇ ਖੁੱਲ੍ਹਦਾ ਤਾਂ ਵਪਾਰ ਤਾਂ ਵਧਣਾ ਹੀ ਹੈ। ਤੁਸੀਂ ਵੇਖੋ ਫਾਜ਼ਿਲਕਾ ਕਿੰਨੀ ਪੁਰਾਣੀ ਮੰਡੀ ਹੈ, ਅੱਜ ਦੇ ਹਾਲਾਤ ਵੇਖ ਲਓ। ਫਾਜ਼ਿਲਕਾ 'ਚ ਕੋਈ ਕਾਰੋਬਾਰ ਨਹੀਂ, ਕੋਈ ਹੈ ਨਹੀਂ। ਪੁਰਾਣੀ ਫਾਜ਼ਿਲਕਾ ਉਹਨਾਂ ਦੀ ਮੰਡੀ ਤੁਹਾਨੂੰ ਪਤਾ ਵਰਲਡ ਫੇਮਸ ਰਹੀ ਹੈ ਫਾਜ਼ਿਲਕਾ, ਤੇ ਅੱਜ ਦੇ ਹਾਲਾਤ ਤੁਸੀਂ ਵੇਖ ਲਓ। ਕੋਈ ਇੰਡਸਟਰੀ ਨਹੀਂ ਹੈ ਇੱਥੇ, ਕੋਈ ਕਾਰੋਬਾਰ ਨਹੀਂ ਹੈ। ਬਾਰਡਰ ਏਰੀਆ ਹੋਣ ਕਰਕੇ ਉਲਟਾ ਫਾਜ਼ਿਲਕਾ ਪਿਛੜ ਗਿਆ। ਜੇ ਬਾਰਡਰ ਏਰੀਆ ਖੁੱਲ੍ਹਦਾ ਹੈ ਤਾਂ ਆਪਾਂ ਨੂੰ ਤਾਂ
ਫਰਕ ਪਏਗਾ ਹੀ, ਸ਼ਹਿਰ ਦੇ ਵਿੱਚ ਕਾਰੋਬਾਰ ਵਧੇਗਾ, ਹਰ ਬੰਦਾ ਰੋਟੀ ਕਮਾ ਕੇ ਖਾ ਸਕਦਾ। ਤਾਂ ਰਿਕੁਐਸਟ ਕੀਤੀ ਜਾਂਦੀ ਹੈ ਕਿ ਸਾਡਾ ਫਾਜ਼ਿਲਕਾ ਦਾ ਬਾਰਡਰ, ਸਾਦਕੀ ਬਾਰਡਰ ਖੋਲ੍ਹਿਆ ਜਾਵੇ, ਜਿਹਦੇ ਨਾਲ ਸਾਡੇ ਵਪਾਰ ਵਧਣ। ਸਾਡੇ ਫਾਜ਼ਿਲਕਾ 'ਚ ਵਪਾਰ ਨਹੀਂ ਹੈਗਾ, ਇੱਕ ਪੈਸੇ ਦਾ ਵਪਾਰ ਨਹੀਂ ਹੈਗਾ, ਨਾ ਸਾਡੇ ਗੱਡੀਆਂ ਆਉਂਦੀਆਂ ਨੇ ਕੋਈ ਵੱਡੀਆਂ ਲੌਂਗ ਰੂਟ ਦੀਆਂ, ਨਾ ਸਾਡਾ ਕੋਈ ਵਪਾਰ ਹੈ ਇੱਥੇ। ਤਾਂ ਉਹ ਵਿਚਾਰੇ ਕਿੱਲੇ 2-2 ਕਿੱਲਿਆਂ ਵਾਲੇ ਗਰੀਬ ਜਨਤਾ ਸਾਡੀ ਬੈਠੀ ਹੈ, ਜਿਹੜੇ ਜ਼ਿਮੀਂਦਾਰ ਨੇ, ਬਿਲਕੁਲ ਛੋਟੇ ਮੱਧਮ ਵਰਗ ਦੇ ਜ਼ਿਮੀਂਦਾਰ ਨੇ, ਜਿਨ੍ਹਾਂ ਦੀ ਆਦੀ ਘਰ ਰੋਟੀ ਪੂਰੀ ਨਹੀਂ ਹੁੰਦੀ। ਤੇ ਕੀ ਕਰਾਂਗੇ ਅਸੀਂ ਦੁਕਾਨਦਾਰ? ਤਾਂ ਦਿਨ ਬ ਦਿਨ ਡਾਊਨ ਹੋ ਰਿਹਾ ਪੋਜੀਸ਼ਨ। ਜ਼ਿਲ੍ਹਾ ਸਾਡਾ ਜ਼ਰੂਰ ਬਣ ਗਿਆ, ਜ਼ਿਲ੍ਹਾ ਬਣ ਗਿਆ ਤਾਂ ਸਾਡਾ ਬਾਰਡਰ ਤਾਂ ਖੋਲ੍ਹਿਆ ਜਾਵੇ। ਇਹ ਬਿਲਕੁਲ ਜੀ, ਬਾਰਡਰ ਖੁੱਲੇਗਾ, ਕੰਮ ਸ਼ਹਿਰ ਦਾ ਵਧੇਗਾ, ਕਾਰੋਬਾਰ ਦਾ ਫਰਕ ਪਵੇਗਾ ਜੀ, ਹਰ ਚੀਜ਼, ਹਰ ਦੁਕਾਨਦਾਰ ਨੂੰ ਫਰਕ ਬੈਨੀਫਿਟ ਮਿਲੇਗਾ ਬਾਰਡਰ ਖੁੱਲ੍ਹਣ ਨਾਲ। ਵੈਸੇ ਇਹ ਵੀ ਗੱਲ ਹੈ ਕਿ ਭਾਰਤ ਪਹਿਲਾਂ ਵੀ ਇਹ ਸੰਕੇਤ ਦੇ ਚੁੱਕਿਆ ਹੈ ਕਿ ਉਹ ਵਪਾਰ ਜਾਰੀ ਰੱਖਣਾ ਚਾਹੁੰਦਾ ਹੈ, ਪਰ ਤਿਆਰੀ ਵੀ ਉਹਦੀ ਪੂਰੀ ਹੈ, ਪਰ ਜ਼ਿੰਮੇਵਾਰੀ ਪਾਕਿਸਤਾਨ ਛੱਡੀ ਹੋਈ ਹੈ। ਪਿਛਲੇ ਸਾਲ ਦੀ ਗੱਲ ਕਰਾਂ, 2021 ਦੀ ਅਪ੍ਰੈਲ ਦੀ ਗੱਲ ਕਰਾਂ, ਤਾਂ ਸ਼ੁਰੂਆਤ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਦੁਵੱਲੇ ਰਿਸ਼ਤੇ ਸੀਗੇ, ਇੱਕ ਵਾਰ ਫਿਰ ਸੁਰਖੀਆਂ ਵਿੱਚ ਆਏ ਸੀ। ਤੇ ਇਸ ਦਾ ਕਾਰਨ ਸੀ ਪਾਕਿਸਤਾਨ ਦੇ ਵਿੱਤ ਮੰਤਰੀ ਦਾ ਭਾਰਤ ਨਾਲ 2 ਸਾਲਾਂ ਤੋਂ ਚੱਲੀਆਂ ਆ ਰਹੀਆਂ ਜਿਹੜੀਆਂ ਇੱਕ ਪਾਸੇ ਵਪਾਰਕ ਪਾਬੰਦੀਆਂ ਹੈਗੀਆਂ ਨੇ, ਰੋਕਾਂ ਨੇ, ਉਹਨਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਵਾਪਸ ਲਿਆ ਗਿਆ ਸੀ। ਹਾਲਾਂਕਿ ਪਾਕਿਸਤਾਨ ਦੀ ਜਿਹੜੀ ਕੈਬਨਿਟ ਹੈ ਉਹਨਾਂ ਨੇ ਅਗਲੇ ਦਿਨ ਇਸ ਫੈਸਲੇ ਨੂੰ ਮੁੜ ਉਲਟਾਤਾ ਸੀ। ਇਸ ਦੇ ਬਾਵਜੂਦ ਹਾਲ ਦੇ ਦਹਾਕੇ ਦੀ ਗੱਲ ਕਰਾਂ ਤਾਂ ਦੋਵੇਂ ਦੇਸ਼ ਜਿਹੜੇ ਵੱਡੇ ਵਪਾਰਕ ਭਾਈਵਾਲ ਨਹੀਂ ਹੈ, ਜਦੋਂ ਕਿ ਕੁਝ ਸਨਅਤਾਂ ਨੇ, ਕੁਝ ਵਪਾਰ ਹੈ ਇੱਕ ਦੂਜੇ ਤੇ ਨਿਰਭਰ ਕਰਦਾ ਵੀ ਹੈ, ਅਤੇ ਵਪਾਰ ਤੇ ਜਿਹੜੀ ਰੋਕਾਂ ਨੇ ਇਹਨਾਂ ਦਾ ਮਾੜਾ ਅਸਰ ਵੀ ਪੈ ਰਿਹਾ। ਲਗਾਤਾਰ ਵਪਾਰਕ ਮੁਸ਼ਕਲਾਂ ਜਿਹੜੀਆਂ ਬੇਹੱਦ ਛੋਟੇ ਪੱਧਰ ਤੇ ਵੱਡੀ ਭੂਮਿਕਾ ਨਿਭਾ ਰਹੀਆਂ ਨੇ ਅਤੇ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਵੀ ਕਰ ਰਹੀਆਂ ਨੇ। ਜਿਹੜਾ ਕਾਰੋਬਾਰ ਦੀ ਗੱਲ ਆਪਾਂ ਬਾਰ-ਬਾਰ ਕਰ ਰਹੇ ਹੈਗੇ ਆ, ਜਿਹੜੇ ਲੋਕਾਂ ਦੀ ਰਾਏ ਵੀ ਹੈਗੀ ਹੈ, ਜੋ ਸਿਆਸੀ ਰਾਏ ਵੀ ਹੈਗੀ ਹੈ, ਜੇ ਉਹਦੀ ਆਪਾਂ ਗੱਲ ਕਰੀਏ ਤਾਂ ਉਹ ਬਹੁਤ ਜ਼ਰੂਰੀ ਹੈਗੀ ਹੈ, ਕਿਉਂਕਿ ਕਾਰੋਬਾਰ ਦੇ ਨਾਲ ਜਿਹੜਾ ਬਾਰਡਰ ਏਰੀਆ ਹੈਗਾ ਜਾਂ ਬਾਰਡਰ ਏਰੀਆ ਦੇ ਪਿੰਡ ਹੈਗੇ ਨੇ, ਜਿਹੜਾ ਉੱਥੇ ਦਾ ਵਪਾਰ ਮੰਡਲ ਹੈਗਾ, ਉਹਨੂੰ ਸਭ ਤੋਂ ਵੱਧ ਫਾਇਦਾ ਹੋਣਾ ਹੈਗਾ। ਪਰ ਕਿਤੇ ਨਾ ਕਿਤੇ ਇਹ ਲੋਕਾਂ ਦੇ ਨਾਲ ਜੁੜਿਆ ਹੋਇਆ ਫੈਸਲਾ ਵੀ ਹੈ। ਪਰ ਕੇਂਦਰ ਸਰਕਾਰ ਨੂੰ ਡਾਇਰੈਕਟ, ਜੇ ਅਸੀਂ ਕਹਿ ਸਕਦੇ ਅਪੀਲ ਕਰ ਸਕਦੇ ਹਾਂ ਕਿ ਕੇਂਦਰ ਸਰਕਾਰ ਨੂੰ ਇਸ ਪਾਸੇ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਜਿਹੜਾ ਸਾਡਾ ਗੁਆਂਢੀ ਮੁਲਕ ਹੈਗਾ, ਪਾਕਿਸਤਾਨ ਗੁਆਂਢੀ ਮੁਲਕ ਹੈ, ਜਿੰਨੇ ਸਾਡੇ ਗੁਆਂਢੀ ਮੁਲਕ ਨੇ ਜਿਨ੍ਹਾਂ ਨਾਲ ਸਾਡੀ ਕਹਿ ਸਕਦੇ ਨਹੀਂ ਬਣ ਰਹੀ, ਉਹਨਾਂ ਦੇ ਵਿਚਾਲੇ ਜਿਹੜਾ ਰੁਜ਼ਗਾਰ ਹੈਗਾ, ਜਿਹੜਾ ਕਾਰੋਬਾਰ ਹੈਗਾ, ਮਾਫ ਕਰਨਾ, ਜਿਹੜਾ ਕਾਰੋਬਾਰ ਹੈ ਸਾਡਾ, ਉਹਨੂੰ ਕਿਸ ਸੁਖਾਵੇਂ ਤਰੀਕੇ ਸ਼ੁਰੂ ਕੀਤਾ ਜਾਵੇ, ਤਾਂ ਕਿ ਜਿਹੜੇ ਸਬੰਧ ਨੇ ਉਹ ਵੀ ਠੀਕ ਹੋਣ ਤੇ ਲੋਕਾਂ ਦੀ ਆਮਦਨ ਜਿਹੜੀ ਹੈਗੀ ਹੈ ਉਹ ਵੀ ਵਧੇ ਤੇ ਹੋਰ ਜਿਹੜੇ ਹੈਗੇ ਨੇ ਸੁਖਾਵੇਂ ਮੌਕੇ ਨੇ ਉਹ ਵੀ ਪੈਦਾ ਹੋ ਸਕਣ। ਧੰਨਵਾਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।